ਬਹਿਬਲ ਕਲਾਂ ਦੇ ਮੋਰਚੇ ਤੇ ਪੀੜਿਤ ਪਰਿਵਾਰ ਨਹੀਂ ਚੁੱਕੇ ਸਵਾਲ। ਮ੍ਰਿਤਕ ਗੁਰਜੀਤ ਸਿੰਘ ਦੇ ਪਿਤਾ ਬੋਲੇ, ਅਜਿਹੇ ਧਰਨਿਆਂ ਦੇ ਨਾਲ ਸਿਰਫ ਲੋਕ ਹੁੰਦੇ ਨੇ ਪਰੇਸ਼ਾਨ। ਸੁਖਰਾਜ ਦਾ ਜਵਾਬ, ਤੇਜ਼ ਜਾਂਚ ਦੇ ਲਈ ਜ਼ਰੂਰੀ ਹੈ ਦਬਾਅ। ਜ਼ੀਰਾ ਦੇ ਵਿੱਚ ਸ਼ਰਾਬ ਫੈਕਟਰੀ ਦੇ ਬਾਹਰ ਜਾਰੀ ਰਹੇਗਾ ਧਰਨਾ। ਮੰਤਰੀ ਧਾਲੀਵਾਲ ਦਾ ਗੱਲਬਾਤ ਤੋਂ ਬਾਅਦ ਵੀ ਨਹੀਂ ਬਣੀ ਸਹਿਮਤੀ। ਜਥੇਬੰਦੀਆਂ ਦੀ ਸਰਕਾਰ ਨੂੰ ਦੋ ਟੁਕ, ਫੈਕਟਰੀ ਬੰਦ ਹੋਣ ਤੋਂ ਬਾਅਦ ਹੀ ਚੁੱਕਾਂਗੇ ਧਰਨਾ। ਹਰਿਆਣਾ ਦੇ ਵਿੱਚ ਪੰਚਾਇਤ ਮੰਤਰੀ ਦੇ ਪ੍ਰੋਗਰਾਮ ਦੇ ਵਿੱਚ ਜ਼ਬਰਦਸਤ ਹੰਗਾਮਾ। ਮੰਚ ਤੋਂ ਬੋਲਦੇ ਰਹੇ ਦਵਿੰਦਰ ਬੱਬਲੀ, ਹੇਠਾਂ ਚੱਲਦੀ ਰਹੀ ਸਰਪੰਚਾਂ ਦੀ ਨਾਅਰੇਬਾਜ਼ੀ। ਵਿਕਾਸ ਫੰਡ ਅਤੇ ਤਨਖਾਹ ਵਧਾਉਣ ਦੀ ਕਰ ਰਹੇ ਸਨ ਮੰਗ। HSGMC ਦੀ ਪ੍ਰਧਾਨਗੀ ਦੀ ਰੇਸ ਦੇ ਵਿੱਚੋਂ ਬਾਹਰ ਹੋਏ ਜਗਦੀਸ਼ ਝਿੰਡਾ। 21 ਤਰੀਕ ਦੀ ਚੋਣ ਤੋਂ ਠੀਕ ਪਹਿਲਾਂ ਐਡਹੌਕ ਕਮੇਟੀ ਤੋਂ ਦਿੱਤਾ ਅਸਤੀਫਾ। ਸਾਥੀਆਂ ਨੂੰ ਸ਼ਾਮਲ ਨਾ ਕਰਨ ਤੇ ਜ਼ਾਹਰ ਕੀਤਾ ਵਿਰੋਧ। ਸੀਐਮ ਮਾਨ ਨੇ ਬਾਰ ਕੌਂਸਲ ਦੀ ਸਰਵਿਸ ਦੀ ਕੀਤੀ ਸ਼ੁਰੂਆਤ। ਦਲ ਬਦਲੂਆਂ ਤੇ ਕੱਸਿਆ ਤੰਜ। ਅਜਿਹੇ ਲੋਕਾਂ ਦੀ ਦੋਵੇਂ ਪਾਸਿਓਂ ਨਿਕਲ ਜਾਂਦੀ ਹੈ ਟ੍ਰੇਨ। ਮੂਸੇਵਾਲਾ ਦੀ ਹਵੇਲੀ ਦੇ ਵਿੱਚ ਲਿਆਂਦੀ ਗਈ ਲਾਸਟ ਰਾਈਡ ਵਾਲੀ ਥਾਰ ਨੂੰ ਦੇਖ ਕੇ ਮਾਪੇ ਹੋਏ ਭਾਵੁਕ। ਕੋਰਟ ਦੇ ਹੁਕਮਾਂ ਮੁਤਾਬਿਕ ਥਾਰ ਦੇ ਵਿੱਚ ਨਹੀਂ ਕੀਤਾ ਜਾ ਸਕੇਗਾ ਕੋਈ ਬਦਲਾ। ਮੁਕਤਸਰ ਦੇ ਵਿੱਚ 20 ਸਾਲਾ ਨੌਜਵਾਨ ਨੂੰ ਕਿਡਨੈਪ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ। ਮੁਲਜ਼ਮਾਂ ਦੀ ਨਿਸ਼ਾਨਦੇਹੀ ਦੇ ਉੱਤੇ ਲੰਬੀ ਦੇ ਖੇਤਾਂ ਦੇ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼। 30 ਲੱਖ ਰੁਪਏ ਨਾ ਦੇਣ ਤੇ ਕੀਤਾ ਗਿਆ ਕਤਲ। ਮੋਗਾ ਪੁਲਿਸ ਨੇ ਗੈਂਗਸਟਰ ਅਰਸ਼ ਡੱਲਾ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫਤਾਰ। ਮੁਲਜ਼ਮਾਂ ਦੇ ਕੋਲੋਂ 2 ਪਿਸਟਲ ਤੇ 6 ਗੋਲੀਆਂ ਵੀ ਬਰਾਮਦ। ਕੁਝ ਦਿਨ ਪਹਿਲਾਂ ਕੱਪੜਾ ਵਪਾਰੀ ਦੇ ਘਰ ਦੇ ਬਾਹਰ ਕੀਤੀ ਸੀ ਫਾਇਰਿੰਗ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਇੱਕ ਵੱਡੀ ਖਬਰ ਦੇ ਨਾਲ, ਤੇ ਵੱਡੀ ਖਬਰ ਹਰਮਨ ਕਤਲ ਮਾਮਲੇ ਨਾਲ ਜੁੜੀ ਹੋਈ। ਜਿਹਾਂ ਕਤਲ ਤੋਂ ਬਾਅਦ ਫਿਰੌਤੀ ਮੰਗੀ ਗਈ ਸੀ। 25 ਨਵੰਬਰ ਨੂੰ ਹੀ ਹਰਮਨ ਦਾ ਕਤਲ ਕਰ ਦਿੱਤਾ ਗਿਆ ਸੀ ਔਰ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਇੱਕ ਮੁਲਜ਼ਮ ਕਤਲ ਤੋਂ ਬਾਅਦ ਦੁਬਈ ਭੱਜਿਆ। ਦੁਬਈ ਤੋਂ ਹੀ ਫਿਰੌਤੀ ਦੀ ਕਾਲ ਕਰਦਾ ਰਿਹਾ। ਤਾਂ ਵੱਡੀ ਖਬਰ ਇਸ ਸਮੇਂ ਹੈ ਕਿਉਂਕਿ ਪਰਿਵਾਰ ਨੂੰ ਜਦੋਂ ਤੱਕ ਪਤਾ ਲੱਗਿਆ ਕਿ ਆਖਿਰ ਹੋਇਆ ਕੀ ਹੈ, ਜਾਂ ਫਿਰ ਪਰਿਵਾਰ ਤੱਕ ਜਦੋਂ ਫਿਰੌਤੀ ਦੀ ਕਾਲ ਆਈ ਤਾਂ ਉਸ ਸਮੇਂ ਤੱਕ ਹਰਮਨ ਦਾ ਮਰਡਰ ਕਰ ਦਿੱਤਾ ਗਿਆ ਸੀ, ਯਾਨੀ ਕਿ ਕਤਲ ਕਰ ਦਿੱਤਾ ਗਿਆ ਸੀ। ਕਰੀਬ 25 ਦਿਨਾਂ ਬਾਅਦ ਪੁਲਿਸ ਪਹੁੰਚੀ ਹੈ। ਲਾਸਟ ਤੱਕ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਵਿੱਚ ਪੁਲਿਸ ਨੂੰ ਜ਼ਰੂਰ ਕਾਮਯਾਬੀ ਮਿਲੀ ਹੈ ਔਰ ਪੁਲਿਸ ਦਾ ਜੋ ਹੁਣ ਦਾਅਵਾ ਹੈ ਕਿ 25 ਨਵੰਬਰ ਨੂੰ ਹੀ ਹਰਮਨ ਦਾ ਕਤਲ ਕਰ ਦਿੱਤਾ ਗਿਆ ਸੀ। ਔਰ ਪੁਲਿਸ ਦੀ ਥਿਊਰੀ ਇਸ ਸਮੇਂ ਵੀ ਦਾਅਵਾ ਕਰ ਰਹੀ ਹੈ ਕਿ ਕਿਡਨੈਪਿੰਗ ਤੋਂ ਬਾਅਦ, ਯਾਨੀ ਕਿ ਜਦੋਂ ਅਗਵਾ ਕੀਤਾ ਗਿਆ ਹਰਮਨ ਨੂੰ, ਤਾਂ ਉਸਦੇ ਕੁਝ ਘੰਟਿਆਂ ਬਾਅਦ ਹੀ ਕਤਲ ਕਰ ਦਿੱਤਾ ਗਿਆ। ਇਸ ਦੇ ਵਿੱਚ ਪੁਲਿਸ ਦੀ ਜਾਂਚ ਤਾਂ ਅੱਗੇ ਵਧ ਰਹੀ ਹੈ, ਪਰ ਲੱਗ ਇਸ ਤਰੀਕੇ ਨਾਲ ਜ਼ਰੂਰ ਰਿਹਾ ਹੈ ਕਿ ਜਾਂ ਤਾਂ ਹਰਮਨ ਨੇ ਜ਼ਬਰਦਸਤ ਵਿਰੋਧ ਕੀਤਾ ਹੋਏਗਾ ਜਾਂ ਫਿਰ ਜਿਹੜੇ ਅਗਵਾਕਾਰ ਨੇ ਉਹ ਘਬਰਾ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। और इसमें जानकारी आ रही है कि 5 लोग अरेस्ट हुए हैं। अरेस्ट होने वाले एक मलकीत सिंह सन ऑफ जोगिंदर सिंह रेजिडेंट ऑफ अली के झुग्गियां हैं। एक रमनदीप कौर है जो मेन एक्यूज नवजोत सिंह है, उसकी वाइफ है। थर्ड है मनदीप सिंह सन ऑफ रेशम सिंह। जगमीत सिंह अलियास मुशी सन ऑफ मोहिंदर सिंह ए मलकाने पिंड चा है। पांचवा है गुरसेवक सिंह ਇਹਦਾ ਪਿਓ ਜਿਹੜਾ ਸਰਪੰਚ ਹੈ ਸ਼ਾਮਖੇੜਾ ਪਿੰਡ ਦਾ। ਜਿਹੜਾ ਇਹ ਲਾਸਟ ਅਕਿਊਜ਼ ਹੈ ਗੁਰਸੇਵਕ ਸਿੰਘ, ਇਹਦੇ ਖੇਤ ਦੇ ਵਿੱਚ ਇਹਨਾਂ ਨੇ ਜਿਹੜੇ ਅਕਿਊਜ਼ थे ਇਹਨਾਂ ਨੇ ਇਹਦੀ बॉडी ਜਿਹੜੇ विक्टिम है उसकी बॉडी उन्होंने वहाँ पे दफनाई थी। इसमें जो मेन अक्यूज्ड है नवजोत, वो दुबई इसी आफ्टर द किडनैपिंग जा चुका है और वहाँ से बेसिकली वॉइस कॉल के जरिए इनसे बातचीत कर रहा है, इनसे पैसे की फिरौती मांग रहा है। इन्वेस्टिगेशन पता चला कि ये चिट्ठी लिखने वाला और कोई नहीं, एक माइनर बच्चा है जो एक एक्यूज्ड का है। मतलब हद ये होगी कि एक्यूज अपने बच्चे का इस्तेमाल कर रहा है इस तरह के रैंसम कॉल्स या चिट्ठी लिखवाने में। तो बेसिकली उसको भी हमने नॉमिनेट किया है, वो भी अरेस्ट किया गया है। ਤਾਂ ਪੁਲਿਸ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਦੇ ਵਿੱਚ ਜੋ ਖੁਲਾਸੇ ਕੀਤੇ ਜਾ ਰਹੇ ਨੇ ਉਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਔਰ ਹਰਮਨ ਮਰਡਰ ਦੇ ਉੱਤੇ ਇੱਕ ਵੱਡੀ ਖਬਰ ਹੈ।
ਹਰਮਨ ਦਾ ਕਤਲ ਕੀਤਾ ਗਿਆ। ਔਰ ਕਤਲ ਤੋਂ ਜੋ ਇਸ ਸਮੇਂ ਜਾਣਕਾਰੀ ਮਿਲ ਰਹੀ ਹੈ ਕਿ ਕਤਲ ਤੋਂ ਬਾਅਦ ਜਿਹੜਾ ਮੁਲਜ਼ਮ ਹੈ ਉਹ ਦੁਬਈ ਭੱਜ ਗਿਆ ਸੀ ਤੇ ਦੁਬਈ ਤੋਂ ਹੀ ਉਸਦੇ ਵੱਲੋਂ ਫਿਰੌਤੀ ਦੀ ਕਾਲ ਕੀਤੀ ਜਾ ਰਹੀ ਸੀ। ਔਰ ਜਾਣਕਾਰੀ ਪੁਲਿਸ ਇਹ ਵੀ ਦੇ ਰਹੀ ਹੈ ਕਿ ਹਰਮਨ ਦਾ ਕਤਲ ਤਾਂ ਉਸ ਸਮੇਂ ਹੀ ਕਰ ਦਿੱਤਾ ਗਿਆ ਸੀ, ਯਾਨੀ ਜਦੋਂ ਉਸ ਨੂੰ ਅਗਵਾ ਕੀਤਾ ਗਿਆ ਤਾਂ ਉਸ ਸਮੇਂ ਹੀ ਕਤਲ ਕਰ ਦਿੱਤਾ ਗਿਆ। ਯਾਨੀ 25 ਨਵੰਬਰ ਨੂੰ ਅਗਵਾ ਕੀਤਾ ਗਿਆ ਸੀ ਤੇ ਉਸ ਸਮੇਂ ਹੀ ਹਰਮਨ ਦਾ ਕਤਲ ਕਰ ਦਿੱਤਾ ਗਿਆ। ਹਰਮਨ ਮਰਡਰ ਦੇ ਉੱਤੇ ਇਹ ਵੱਡੀ ਖਬਰ ਹੈ। ਕੁਝ ਘੰਟਿਆਂ ਬਾਅਦ ਹੀ ਕਤਲ ਕਰ ਦਿੱਤਾ ਗਿਆ ਔਰ ਫਿਰ ਜ਼ਮੀਨ ਦੇ ਵਿੱਚ ਉਸ ਦੀ ਲਾਸ਼ ਦੱਬ ਦਿੱਤੀ ਗਈ। ਤਾਂ ਕਾਬਿਲੇ ਗੌਰ ਹੈ ਕਿ ਕਰੀਬ 25 ਦਿਨਾਂ ਬਾਅਦ ਲਾਸ਼ ਬਰਾਮਦ ਕੀਤੀ ਗਈ ਹੈ ਜੋ ਖੇਤਾਂ ਦੇ ਵਿੱਚ ਦੱਬ ਦਿੱਤੀ ਗਈ ਸੀ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਮੁਲਜ਼ਮ ਕਾਬੂ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਦੀ ਉਹ ਜ਼ਮੀਨ ਹੈ ਜਿੱਥੇ ਹਰਮਨ ਦੀ ਮ੍ਰਿਤਕ ਦੇਹ ਨੂੰ ਦੱਬ ਦਿੱਤਾ ਗਿਆ ਸੀ। ਦਰਅਸਲ ਇੱਕ ਚਿੱਠੀ ਦੇ ਜ਼ਰੀਏ ਧਮਕੀ ਭੇਜੀ ਗਈ, 30 ਲੱਖ ਰੁਪਏ ਦੀ ਮੰਗ ਕੀਤੀ ਗਈ ਕਿ 30 ਲੱਖ ਰੁਪਏ ਫਿਰੌਤੀ ਦੇਵੋ ਤਾਂ ਹੀ ਤੁਹਾਡੇ ਬੱਚੇ ਨੂੰ ਛੱਡਿਆ ਜਾਏਗਾ। 20 ਸਾਲ ਦੀ ਉਮਰ ਹੈ। ਤਸਵੀਰ ਨਜ਼ਰ ਆ ਰਹੀ ਹੈ ਕਿ ਬਹੁਤ ਯੰਗ ਏਜ ਸੀ ਹਰਮਨ ਦੀ। ਤਾਂ ਉਸਦੇ ਪਰਿਵਾਰ ਦੇ ਕੋਲੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਖੈਰ ਪਰਿਵਾਰ ਦੇ ਵਿੱਚ ਇਕਲੌਤਾ ਬੇਟਾ ਸੀ ਹਰਮਨ ਔਰ ਪੁਲਿਸ ਕਹਿ ਰਹੀ ਹੈ ਕਿ ਕਤਲ ਤਾਂ ਉਸ ਦਿਨ ਹੀ ਕਰ ਦਿੱਤਾ ਗਿਆ ਸੀ ਜਿਸ ਦਿਨ 25 ਨਵੰਬਰ ਨੂੰ ਉਸ ਨੂੰ ਅਗਵਾ ਕੀਤਾ ਗਿਆ ਸੀ। ਹੁਣ ਪੁਲਿਸ ਮੁਲਜ਼ਮਾਂ ਤੱਕ ਜ਼ਰੂਰ ਪਹੁੰਚਣ ਦਾ ਦਾਅਵਾ ਕਰ ਰਹੀ ਹੈ ਕਿ ਅਸੀਂ ਇਹਨੇ ਮੁਲਜ਼ਮ 5 ਮੁਲਜ਼ਮ ਕਾਬੂ ਕਰ ਲਏ ਗਏ ਨੇ, ਪਰ ਬੱਚਾ ਤਾਂ ਇਹ ਵਾਪਸ ਨਹੀਂ ਆਏਗਾ, ਇਹ ਨੌਜਵਾਨ ਤਾਂ ਵਾਪਸ ਨਹੀਂ ਆਏਗਾ। ਕਈ ਸਵਾਲ ਜ਼ਰੂਰ ਉੱਠਦੇ ਨੇ ਕਿ ਆਖਿਰ ਕੌਣ ਇਸ ਤਰੀਕੇ ਦੀ ਬੈਠ ਕੇ ਸਾਜ਼ਿਸ਼ ਘੜ ਰਿਹਾ ਸੀ ਕਿ ਇਸ ਦੇ ਪਿੱਛੇ ਕੋਈ ਬਹੁਤ ਵੱਡਾ ਗੈਂਗ ਹੈ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ ਉਹ ਬਹੁਤ ਸਾਰੇ ਸਵਾਲ ਖੜੇ ਕਰਦੀਆਂ ਨੇ। तो जदों ये बंदा ले आते हैं इसके गुरसेवक के घर पे शामखेड़ा पिंड, तो विद इन फ्यू आवर्स ही वो है इसका ये लोग इसको मार डालते हैं, गला घोट के मोस्ट प्रॉब्ली। हालांकि पोस्टमार्टम में भी क्लियरिटी हमें और आ जाएगी, बट हम लोग सस्पेक्ट यही कर रहे हैं। तो इसमें 3-4 बंदे जड़े हैं इन्होंने इसके ऊपर चढ़ के गला घोट के इसकी हत्या कर दी और फिर इन सब ने मिल के उसकी बॉडी वहाँ दफनाई। उसके बाद कहा, उसने प्लान बनाया कि हुन आप ये फिरौती भी लेंगे। ਤਾਂ ਪੁਲਿਸ ਦਾ ਦਾਅਵਾ ਇਹ ਵੀ ਇਸ ਸਮੇਂ ਕਰ ਰਹੀ ਹੈ ਕਿ ਇਹ ਪੇਸ਼ੇਵਰ ਕਾਤਲ ਨੇ ਇੱਕ ਤਰੀਕੇ ਨਾਲ, ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਤਾਂ ਪੁਲਿਸ ਦੀ ਜਾਂਚ ਦੇ ਵਿੱਚ ਜੋ ਸ਼ੁਰੂਆਤੀ ਪੁੱਛਗਿੱਛ ਹੈ ਉਸ ਦੇ ਵਿੱਚ ਤੱਥ ਨਿਕਲ ਕੇ ਸਾਹਮਣੇ ਆਏ ਨੇ। ਸਿੱਧਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਅਸ਼ਫਾਕ ਡੂਡੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਰਹੇ ਨੇ। ਅਸ਼ਫਾਕ, ਜਾਣਨਾ ਚਾਹਾਂਗੇ ਪੁਲਿਸ ਦੀ ਥਿਊਰੀ ਕੀ ਕੁਝ ਕਹਿ ਰਹੀ ਹੈ ਅਗਵਾ ਤੋਂ ਲੈ ਕੇ ਮਰਡਰ ਤੱਕ ਔਰ ਲਾਸ਼ ਬਰਾਮਦ ਹੋਣ ਤੱਕ। ਬਿਲਕੁਲ ਗੌਰਵ, ਜਿਹੜੇ ਅਗਵਾਕਾਰ ਸੀ ਉਹਨਾਂ ਦੇ ਵਿੱਚ ਮੇਨ ਸਰਗਨਾ ਹੈ ਨਵਜੋਤ ਸਿੰਘ ਜੋ ਮਲਕਾਣਾ ਪਿੰਡ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਲੇਕਿਨ 5 ਵਿਅਕਤੀ ਜਿਨ੍ਹਾਂ ਦੇ ਵਿੱਚ ਮਲਕੀਤ ਸਿੰਘ, ਰਮਨਦੀਪ ਕੌਰ, ਮਨਦੀਪ ਸਿੰਘ ਅਤੇ ਗੁਰਸੇਵਕ ਸਿੰਘ ਅਤੇ ਜਗਮੀਤ ਸਿੰਘ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਦੀ ਸ਼ਨਾਖਤ ਕੁਝ ਇਨਵੈਸਟੀਗੇਸ਼ਨ ਦੌਰਾਨ ਇਹ ਸਾਹਮਣੇ ਆਇਆ ਕਿ ਉਹਨਾਂ ਨੇ ਹਰਮਨਦੀਪ ਸਿੰਘ ਨੂੰ ਕਿਡਨੈਪਿੰਗ ਦੇ 3 ਘੰਟੇ ਬਾਅਦ ਹੀ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸਦੀ ਲਾਸ਼ ਨੂੰ ਕਿਤੇ ਦੂਰ ਪਿੰਡ ਸ਼ਾਮਖੇੜਾ ਦੇ ਵਿੱਚ ਖੇਤਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਦਫਨ ਕੀਤਾ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਇਸ ਜ਼ਮੀਨ ਦੇ ਵਿੱਚ ਕਿਸੇ ਬੰਦੇ ਦੀ ਲਾਸ਼ ਦੱਬੀ ਹੋਈ ਹੈ। ਤੇ ਇੰਟਰੋਗੇਟ ਕੀਤਾ ਗਿਆ ਤਾਂ ਉਹਨਾਂ ਵਿਅਕਤੀਆਂ ਵੱਲੋਂ ਇਹ ਗੱਲ ਬੋਲੀ ਗਈ ਕਿ ਰਮਨਦੀਪ ਸਿੰਘ ਨੂੰ ਮਾਫ ਕਰਨਾ ਹਰਮਨਦੀਪ ਨੂੰ ਜਦੋਂ ਅਗਵਾ ਕਰਨ ਦੇ 3 ਘੰਟੇ ਬਾਅਦ ਹੀ ਉਹਨਾਂ ਨੇ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਉਸਦੀ ਲਾਸ਼ ਨੂੰ ਸ਼ਾਮਖੇੜੇ ਦੇ ਪਿੰਡ ਦੇ ਖੇਤਾਂ ਦੇ ਵਿੱਚ ਦੱਬ ਦਿੱਤਾ ਸੀਗਾ ਜੀ। ਤੇ ਜਿਹੜਾ ਦੁਬਈ ਭੱਜਿਆ ਉਹ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਕਿ ਉਹੀ ਹੈ ਜਿਹੜਾ ਮਾਸਟਰਮਾਈਂਡ ਸੀ ਉਹੀ ਦੁਬਈ ਭੱਜ ਗਿਆ ਤੇ ਉਹੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ? ਜੀ ਬਿਲਕੁਲ, ਮਾਸਟਰਮਾਈਂਡ ਹੈ ਨਵਜੋਤ ਸਿੰਘ, ਜਿਸਨੇ ਆਪਣੇ ਕਹਿ ਸਕਦੇ ਹਾਂ ਕਿ ਇਸ ਸਾਲ ਦੇ ਅਪ੍ਰੈਲ ਮਹੀਨੇ ਦੇ ਵਿੱਚ ਆਪਣੇ ਮਸੇਰ ਦਾ ਜੇ ਕਹਿ ਸਕੀਏ ਤਾਂ ਵੀ ਜੋ ਰਿਸ਼ਤੇਦਾਰੀ ਵਿੱਚ ਉਹਦਾ ਕਜ਼ਨ ਸੀ ਨਿਰਮਲ ਸਿੰਘ, ਉਸਦਾ ਵੀ ਪਿੰਡ ਗੂੜੀ ਸੰਗਰ ਤੋਂ ਵੀ ਪਹਿਲਾ ਕਤਲ ਇਸੇ ਤਰ੍ਹਾਂ ਹੀ ਕੀਤਾ ਗਿਆ ਸੀ ਤੇ ਉਸ ਦੇ ਘਰ ਤੋਂ ਵੀ ਕਤਲ ਕਰਨ ਦੇ ਬਾਅਦ ਹੀ ਫਰੋਤੀ ਮੰਗੀ ਗਈ। 2 ਲੱਖ ਦੀ ਇੱਕ ਫਰੋਤੀ ਮੰਗੀ ਗਈ। ਵੱਖ-ਵੱਖ ਉਹਨਾਂ ਦੇ ਕੋਲ ਫੋਨ ਕਰਕੇ ਵੱਖ-ਵੱਖ ਪੈਸਿਆਂ ਦੀ ਮੰਗ ਕੀਤੀ ਗਈ। ਲੇਕਿਨ ਜੇ ਹਰਮਨ ਦੀ ਗੱਲ ਕਰੀਏ ਤਾਂ ਹਰਮਨ ਦਾ ਵੀ ਸੇਮ ਹੀ ਕੇਸ ਸਾਹਮਣੇ ਆਇਆ ਕਿ ਉਹਦੇ ਵਿੱਚ ਹਰਮਨ ਨੂੰ ਪਹਿਲਾਂ ਮਾਰਿਆ ਗਿਆ, ਫਿਰ ਉਹਦੇ ਫੈਮਿਲੀ ਤੋਂ 30 ਲੱਖ ਦੀ ਫਰੋਤੀ ਮੰਗੀ ਗਈ ਹੈ। ਉਸ ਤੋਂ ਬਾਅਦ ਵੱਖ-ਵੱਖ ਲੋਕੇਸ਼ਨਾਂ ਦੇ ਉੱਪਰ ਫੈਮਿਲੀ ਨੂੰ ਬੁਲਵਾ ਕੇ ਚਾਹੇ ਉਹ ਪੈਸੇ ਰੱਖਣ ਦੀ ਗੱਲ ਕਹੀ ਗਈ ਹੋਵੇ, ਹਰੇਕ ਚੀਜ਼ ਦੀ ਉਹਨਾਂ ਦੇ ਵੱਲੋਂ ਰੈਕੀ ਕੀਤੀ ਗਈ, ਕਿੱਥੇ ਉਸਦੇ ਪੇਰੈਂਟਸ ਜਾ ਰਹੇ ਨੇ ਤੇ ਕਿੱਥੇ ਉਹਨਾਂ ਦੀ ਗੱਲ ਸੁਣ ਰਹੇ ਨੇ। ਤੇ ਪੁਲਿਸ ਦੇ ਵੱਲੋਂ ਵੀ ਪੂਰੀ ਚੌਕਸੀ ਵਰਤਦੇ ਹੋਏ ਉਹਨਾਂ ਨੂੰ ਟਰੈਕ ਕਰਦੇ ਹੋਏ 5 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਲੇਕਿਨ ਮੇਨ ਹੈ ਨਵਜੋਤ ਸਿੰਘ, ਉਹ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।
ਚਲੋ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਕਤਲ ਤੋਂ ਬਾਅਦ ਫਿਰੌਤੀ ਮੰਗੀ ਗਈ, ਪੁਲਿਸ ਦੀ ਥਿਊਰੀ ਇਸ ਸਮੇਂ ਜੋ ਜ਼ਿਕਰ ਕਰ ਰਹੀ ਹੈ, ਔਰ ਨਵਜੋਤ ਨਾਮ ਦਾ ਜੋ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ। ਖੈਰ ਪੁਲਿਸ ਹੁਣ ਅੱਗੇ ਕੀ ਕੁਝ ਐਕਸ਼ਨ ਲੈਂਦੀ ਹੈ ਉਸ ਦੇ ਉੱਤੇ ਲਾਜ਼ਮੀ ਤੌਰ ਤੇ ਨਜ਼ਰ ਰਹੇਗੀ। ਤਾਂ ਮੁਕਤਸਰ ਦੇ ਵਿੱਚ ਜੋ ਅਗਵਾ ਹੋਇਆ ਸੀ ਮੁੰਡਾ, ਉਸ ਦੀ ਲਾਸ਼ ਬਰਾਮਦ ਹੁੰਦੀ ਹੈ ਤੇ ਹੁਣ ਪੁਲਿਸ ਦੇ ਵੱਲੋਂ ਇਹ ਖੁਲਾਸੇ ਕੀਤੇ ਗਏ ਨੇ ਕਿ ਜਦੋਂ ਅਗਵਾ ਕੀਤਾ ਗਿਆ 25 ਨਵੰਬਰ ਨੂੰ, ਉਸ ਸਮੇਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਕੁਝ ਘੰਟਿਆਂ ਬਾਅਦ ਹੀ ਕਤਲ ਕਰ ਦਿੱਤਾ ਗਿਆ ਸੀ। ਇਨਫੈਕਟ ਜਿਹੜੀ ਫਿਰੌਤੀ ਮੰਗੀ ਗਈ ਉਹ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੰਗੀ ਗਈ। में जरा मृतक है हरमन सिंह, वो भी मेन एक्यूज नवजोत जान वाला है, तो संभवतः नवजोत खतरा था कि अगर जिंदा रह गया तो ये मेरी आइडेंटिटी डिस्क्लोज कर देगा। अभी और भी सारी चीज़ें इन्वेस्टिगेट करना बाकी है, पूछताछ चल रही है। इनके इंट्रोगेशन में पता चला कि इन्होंने एक वारदात इसी तरह की पहले भी की है। एक निर्मल सिंह नाम का व्यक्ति है, सन ऑफ मनजीत सिंह, पिंड गुरी सांगरदा, वो भी लापता बताया गया था। वो भी थाना कोट भाई का है, अप्रैल के महीने दे विच। उसमें भी बेसिकली इंटरेस्टिंग गल है कि निर्मल सिंह का कज़न लगता है जिहड़ा मेन एक्यूज नवजोत है, और एक्यूज इन सब ने बताया कि नवजोत ने उसमें भी उसको हत्या कर दी, और उससे भी उसके परिवार से पैसे मांग रहे थे, और उसकी हत्या भी जिस दिन उसको ले गए उससे फ्यू आवर्स के अंदर उन्होंने कर दी थी। अभी उसमें हम लोग तफ्तीश जारी है। इसमें उम्मीद है कि उसकी बॉडी भी हम लोग रिकवर कर लेंगे, कहाँ पे उन्होंने उसको डिस्पोज ऑफ किया है, वो अभी इंट्रोगेशन चल रहा है, जारी है। ਖੈਰ ਇਸ ਪੂਰੇ ਮੁੱਦੇ ਉੱਤੇ ਸਿਆਸਤ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਮੁਕਤਸਰ ਦੇ ਵਿੱਚ ਅਗਵਾ ਮੁੰਡੇ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਵਿਰੋਧੀਆਂ ਨੇ ਸਰਕਾਰ ਦੇ ਉੱਤੇ ਸਵਾਲ ਚੁੱਕੇ ਨੇ। ਬਹੁਤ ਦੁਖਦਾਈ ਘਟਨਾ ਵਾਪਰੀ ਹੈ ਤੇ ਖਬਰ ਆਈ ਹੈ ਕਿ 20 ਸਾਲ ਦਾ ਇੱਕ ਬੱਚਾ, ਹਰਮਨ ਜੀ ਦਾ ਨਾਮ ਹੈ, ਕੋਟ ਭਾਈ ਪਿੰਡ ਹੈ ਗਿੱਦੜਵੇ ਹਲਕੇ 'ਚ, ਉਹਨੂੰ ਗੈਂਗਸਟਰਾਂ ਨੇ ਕਤਲ ਕਰ ਦਿੱਤਾ। ਪਿਛਲੇ 15 ਦਿਨਾਂ ਤੋਂ ਉਹਨੂੰ ਕਿਡਨੈਪ ਕੀਤਾ ਸੀ ਤੇ 30 ਲੱਖ ਰੁਪਏ ਉਸ ਪਰਿਵਾਰ ਤੋਂ ਮੰਗ ਰਹੇ ਸੀ। ਮੈਂ ਡੀਜੀਪੀ ਨਾਲ, ਆਈਜੀ ਨਾਲ, ਐਸਐਸਪੀ ਨਾਲ ਹਰ ਜਗ੍ਹਾ ਤੇ ਮੈਂ ਗੱਲ ਕੀਤੀ ਕਿ ਮੇਰੇ ਬੱਚੇ ਨੂੰ ਪਿਛੜਾਓ। ਆ ਕੋਈ ਅਮੀਰ ਪਰਿਵਾਰ ਨਹੀਂ ਸੀ, ਇੱਕ ਗਰੀਬ ਪਿੰਡ ਦਾ ਪਰਿਵਾਰ ਹੈ ਜਿਹਦੇ ਕੋਲ ਇਕੱਲੀ 7 ਏਕੜ ਜ਼ਮੀਨ ਹੈ। ਦੇਖੋ ਆਹ ਹਾਲਾਤ ਪੰਜਾਬ ਦੀ ਬਣ ਗਈ ਕਿ ਜਿਹੜੇ ਗੈਂਗਸਟਰ ਹੈ ਅਮੀਰਾਂ ਨੂੰ ਤਾਂ ਛੱਡ ਹੀ ਨਹੀਂ ਰਹੇ, ਹੁਣ ਗਰੀਬਾਂ ਮਗਰ ਵੀ ਪੈ ਗਿਆ। ਜਿਹੜੇ 7 ਏਕੜ ਦਾ ਜ਼ਮੀਨ, ਕੱਚਾ ਘਰ ਹੈ, 7 ਕਿੱਲੇ ਹੈ, ਉਦੋਂ 30 ਲੱਖ ਮੰਗੋ, ਵਿਚਾਰੇ ਕਿੱਥੋਂ ਦੇਣਗੇ? ਹਾਲਾਤ ਇੰਨੀ ਵਿਗੜ ਗਈ ਪੰਜਾਬ 'ਚ। ਅੱਜ ਗੁੰਡਾਗਰਦੀ ਦਾ ਰਾਜ ਹੈ, ਗੈਂਗਸਟਰ ਮੁੱਖ ਮੰਤਰੀ ਹੈ ਸਹੀ ਮਿਣਦੇ, ਉਹ ਰਾਜ ਕਰ ਰਿਹਾ। ਕਿਹਨੂੰ ਮਾਰਨਾ, ਕਿਹਨੂੰ ਰੱਖਣਾ, ਕਿਤੋਂ ਕੀ ਕਰਨਾ, ਕਿੱਥੋਂ ਲੁੱਟਣਾ, ਉਹ ਫੈਸਲਾ ਕਰ ਰਿਹਾ। ਪੁਲਿਸ ਤਾਂ ਨਾਕਾਮ ਹੋ ਗਈ ਹੈ, ਕਿਉਂਕਿ ਮੁੱਖ ਮੰਤਰੀ ਜਿਹੜਾ ਸੂਬੇ ਦਾ ਮੁਖੀ ਹੁੰਦਾ ਹੈ ਸਭ ਤੋਂ ਨਿਕੰਮਾ, ਨਖਿੱਧ ਸਾਬਤ ਹੋਇਆ ਹੈ। ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ, ਆਪਾਂ ਕੋਈ ਨਾ ਕੋਈ ਇਕੱਠੇ ਹੋ ਕੇ ਇਹਦਾ ਹੱਲ ਲੱਭਣ ਦੀ ਲੋੜ ਹੈ। ਹੁਣ ਤੱਕ ਕੰਨ ਪੱਕ ਗਏ ਨੇ ਰੋਜ਼ ਇਦਾਂ ਦੀਆਂ ਮੱਧਭਾਗੀਆਂ ਖਬਰਾਂ ਸੁਣ ਕੇ, ਲੇਕਿਨ ਇਹ ਜਿਹੜੀ ਸਰਕਾਰ ਹੈ ਇਹਦੇ ਕੰਨ ਤੇ ਕੋਈ ਜੂੰ ਨਹੀਂ ਰਿੰਗ ਰਹੀ। ਪੰਜਾਬੀ ਭਏ ਦੇ ਅੰਦਰ ਜੀਵਨ ਜੀ ਰਿਹਾ, ਪੰਜਾਬ ਦੇ ਅੰਦਰ ਡਰ ਦਾ ਮਾਹੌਲ ਹੈ, ਔਰ ਇਹ ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣ 'ਚ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ, ਕਿਉਂਕਿ ਇਹ ਸਰਕਾਰ ਅਸਲ 'ਚ ਪੰਜਾਬ ਤੋਂ ਪੰਜਾਬੀਆਂ ਦੁਆਰਾ ਨਹੀਂ ਚੱਲ ਰਹੀ। ਇਹ ਸਰਕਾਰ ਦਿੱਲੀ ਤੋਂ ਉਹ ਲੋਕ ਚਲਾ ਰਹੇ ਨੇ ਜਿਨ੍ਹਾਂ ਨੂੰ ਨਾ ਪੰਜਾਬ ਦਾ ਪਤਾ, ਨਾ ਪੰਜਾਬ ਦੇ ਲੋਕਾਂ ਦੀ ਤਸਵੀਰ ਦਾ ਪਤਾ, ਨਾ ਪੰਜਾਬ ਦੇ ਸੁਭਾਅ ਦਾ ਪਤਾ। ਤੇ ਸਭ ਦੇ ਵਿਚਾਲੇ ਰਾਜਾ ਵੜਿੰਗ ਨੇ ਵੀ ਸਵਾਲ ਚੁੱਕੇ ਨੇ। ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਕਹਿ ਰਹੇ ਨੇ ਕਿ ਅਰਾਜਕਤਾ, ਕਾਨੂੰਨ ਦੀ ਘਾਟ, ਜੰਗਲ ਰਾਜ। 25 ਨਵੰਬਰ ਨੂੰ ਮੇਰੇ ਹਲਕੇ ਗਿੱਦੜਬਾਹਾ ਦੇ ਪਿੰਡ ਕੋਟ ਭਾਈ ਤੋਂ ਹਰਮਨਦੀਪ ਨੂੰ ਅਗਵਾ ਕਰ ਲਿਆ ਗਿਆ। ਕਿਡਨੈਪਰਾਂ ਨੇ 30 ਲੱਖ ਰੁਪਏ ਦੀ ਮੰਗ ਕੀਤੀ। ਮਾਪਿਆਂ ਦੇ ਵੱਲੋਂ ਪੈਸੇ ਨਾ ਦੇ ਸਕਣ ਕਾਰਨ 16 ਦਸੰਬਰ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਮਾਪਿਆਂ ਤੇ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਵੇ। ਖੈਰ ਪੁਲਿਸ ਇਹ ਜ਼ਰੂਰ ਦਾਅਵਾ ਕਰ ਰਹੀ ਹੈ ਕਿ ਕਤਲ ਉਸ ਦਿਨ ਹੀ ਕਰ ਦਿੱਤਾ ਗਿਆ ਸੀ ਜਿਸ ਦਿਨ ਅਗਵਾ ਕੀਤਾ ਗਿਆ।